ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਇਹ ਸ਼ੋਅ ਜਿਹੜਾ ਹੈ ਅਸੀਂ ਉਹ 'ਤੇ ਡੈਡੀਕੇਟ ਕਰ ਰਹੇ ਹਾਂ। ਜਿਹੜਾ ਟੌਪਿਕ ਅਸੀਂ ਦੁਪਹਿਰ ਨੂੰ 4 ਵਜੇ ਡਿਸਕਸ ਕੀਤਾ ਸੀ ਕਿਊਬੈਕ ਨੂੰ ਲੈ ਕੇ। ਕਿਊਬੈਕ ਬਹੁਤ ਵੱਡੇ ਪੱਧਰ 'ਤੇ ਅੱਜ ਕਨਫਿਊਜ਼ਨ ਦਾ ਕਾਰਨ ਬਣਿਆ ਹੋਇਆ। ਕੁਛ ਜਿਹੜੇ ਕਾਰਨ ਨੇ ਉਹਦੇ ਪਿੱਛੇ ਵਜ੍ਹਾ ਇਹ ਰਹੀ ਹੈ, ਕੁਝ ਕੁ ਕਾਲਜਿਸ ਨੇ, CDE ਕਾਲਜ ਹੋਇਆ, ਸਜਿਪ ਕਾਲਜ ਹੋਇਆ, ਜਾਂ ਹੋਰ ਕਾਫੀ ਐਵੇਂ ਰੌਨ ਕਾਲਜ ਹੈ, M ਕਾਲਜ ਹੈ, ਜਿਨ੍ਹਾਂ ਦੇ ਕੁਛ ਹੋਰ ਵੀ ਕਾਲਜਿਸ ਨੇ ਜਿਨ੍ਹਾਂ ਦੇ CAQ 'ਤੇ ਗੌਰਮੈਂਟ ਵੱਲੋਂ ਰੋਕ ਲਾ ਦਿੱਤੀ ਗਈ ਹੈ, ਜੋ ਕਿ ਖਬਰਾਂ ਆ ਰਹੀਆਂ। ਕਾਰਨ ਕੀ ਰਹੇ ਉਹ ਅਸੀਂ ਦੁਪਹਿਰ ਨੂੰ ਵੀ ਡਿਸਕਸ ਕੀਤਾ। ਇੱਕ ਗਰੁੱਪ ਹੈਗਾ, ਉਹ ਗਰੁੱਪ ਦੇ ਨਾਲ ਰਿਲੇਟਡ ਜਿਹੜੇ ਕਾਲਜਿਸ ਨੇ ਉਹਨਾਂ ਦੇ ਉੱਤੇ ਰੋਕ ਲੱਗੀ ਹੈ। ਬਟ ਐਕਚੁਅਲ ਕੀ ਇਹ ਰੋਕ ਸਾਰੇ ਕਾਲਜਿਸ ਜਿਹੜੇ ਕਿਊਬੈਕ ਦੇ ਵਿੱਚ ਨੇ ਉਹਦੇ 'ਤੇ ਇੰਪੈਕਟ ਪਾਏਗੀ ਕਿ ਸਾਰੇ ਕਾਲਜਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਜਿਹੜੀਆਂ ਫਾਈਲਿੰਗ ਜਾਣਗੀਆਂ ਸਭ ਦੇ CAQ ਰੁਕ ਜਾਣਗੇ? ਹੁਣ ਕੀ ਬੱਚੇ ਜਿਹੜੇ ਕਿਊਬੈਕ ਜਾ ਪਾਉਣਗੇ ਕਿ ਨਹੀਂ, ਹਰ ਗੱਲ ਕਰਾਂਗੇ ਅੱਜ ਕਿਊਬੈਕ ਤੋਂ। ਖਾਸ ਕਰ ਕਿਊਬੈਕ ਦੇ ਸਾਊਥ ਏਸ਼ੀਆ ਮੈਨੇਜਰੀ ਕਾਲਜ ਦੇ ਉਹਨਾਂ ਨੂੰ ਸੱਦਾ ਦਿੱਤਾ ਗਿਆ, ਉਹਨਾਂ ਨੂੰ ਇਸ ਸ਼ੋਅ ਦੇ ਵਿੱਚ ਖਾਸ ਕਰ ਬੁਲਾਇਆ ਗਿਆ ਤਾਂ ਕਿ ਡਿਸਕਸ ਕੀਤਾ ਜਾ ਸਕੇ ਵੀ ਕੀ ਸਿਨੈਰੀਓ ਹੈ ਇਸ ਟਾਈਮ, ਜਿਹੜਾ ਅਪਡੇਟ ਕੀ ਹੈ ਕਿਊਬੈਕ ਨੂੰ ਲੈ ਕੇ, ਜਾਂ ਜਿਨ੍ਹਾਂ ਦੀ ਹੁਣ ਰੁਕ ਗਈਆਂ, ਸਟਕ ਹੋ ਗਈਆਂ CAQ, ਜੇ ਬੱਚੇ ਦੂਸਰੇ ਕਾਲਜ ਦੀ ਆਪਸ਼ਨ ਲੈਣਾ ਚਾਹਣ ਲੈ ਸਕਦੇ ਨੇ ਕਿ ਨਹੀਂ। ਗੱਲਬਾਤ ਕਰਨ ਲਈ ਜਿਹੜੇ ਐਕਸਪਰਟ ਮੇਰੇ ਨਾਲ ਮੌਜੂਦ ਨੇ, ਵੀਜ਼ਾ ਐਕਸਪਰਟ ਉਹਨੇ ਜੀ ਵੈਸਟਰਨ ਓਵਰਸੀਜ਼ ਤੋਂ ਪ੍ਰਦੀਪ ਜੀ, ਤੇ ਜਿਹੜੇ ਸਾਊਥ ਏਸ਼ੀਆ ਮੈਨੇਜਰ ਵਰੁਣ ਸਹੋਤਾ ਜੀ ਐਵੀਲੋਨ ਕਾਲਜ ਤੋਂ ਮੇਰੇ ਨਾਲ ਮੌਜੂਦ ਨੇ। ਦੋਨਾਂ ਦਾ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ। ਪਹਿਲੇ ਅਸੀਂ ਆਪਣੇ ਕਿਊਬੈਕ ਦੇ ਐਕਸਪਰਟ ਵੱਲ ਚੱਲਦੇ ਹਾਂ, ਖਾਸ ਕਰ ਜਿਹੜੇ ਕਿ ਅੱਜ ਖਾਸ ਮਹਿਮਾਨ ਨੇ। ਵਰੁਣ ਭਾਜੀ, ਕੀ ਸਿਨੈਰੀਓ ਹੈ ਇਸ ਟਾਈਮ, ਕੀ ਬਣੇਗਾ ਬੱਚਿਆਂ ਦਾ? ਹੁਣ ਕਿਊਬੈਕ ਵੀਜ਼ਾ ਦੇਗਾ ਨਹੀਂ ਦੇਗਾ, ਕਿ ਸਾਰੇ ਕਾਲਜਿਸ CAQ ਜਿਹੜੇ ਉਹ ਰੋਕ ਦਿੱਤੇ ਗਏ ਆ, ਕੀ ਸਿਨੈਰੀਓ ਹੈ? ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਾਰੇ ਦੇਸ਼ ਪ੍ਰਦੇਸ਼ ਦੇ ਜਿੰਨੇ ਵੀ ਵਿਊਅਰਸ ਨੇ ਅੱਜ ਇਹ ਸ਼ੋਅ ਨੂੰ ਦੇਖ ਰਹੇ ਨੇ, ਮੈਂ ਬਹੁਤ ਧੰਨਵਾਦੀ ਹਾਂ ਵੈਸਟਰਨ ਓਵਰਸੀਜ਼ ਦਾ, ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾ ਕੇ ਬਹੁਤ ਸਾਰੇ ਸਟੂਡੈਂਟਸ, ਪੇਰੈਂਟਸ ਦੇ ਡਾਊਟਸ ਜਿਹੜੇ ਨੇ ਅਸੀਂ ਉਹ ਚੀਜ਼ਾਂ ਦੇ ਉੱਤੇ ਅੱਜ ਗੱਲ ਕਰਾਂਗੇ। ਐਂਡ ਸਭ ਤੋਂ ਪਹਿਲਾਂ ਜਿਹੜੇ ਕਿ ਰਿਊਮਰਸ ਨੇ ਇਸ ਚੀਜ਼ ਦੇ ਉੱਤੇ ਕਿ ਲਾਈਕ ਕਿਊਬੈਕ ਹੁਣ ਵੀਜ਼ਾ ਦੇਗਾ ਨਹੀਂ ਦੇਗਾ, ਕਿ ਉਹਨਾਂ ਕਾਲਜਿਸ ਤੋਂ ਇਲਾਵਾ ਕਿ ਜਿਹੜੇ ਮੌਜੂਦਾ ਕਾਲਜਿਸ ਜਿਹੜੇ ਐਡਮਿਸ਼ਨ ਦੇ ਰਹੇ ਨੇ, ਕਿ ਕੱਲ੍ਹ ਨੂੰ ਇਹਨਾਂ ਦੇ CAQ ਰੁਕਣ ਦਾ ਡਰ ਹੈਗਾ ਜਾਂ ਨਹੀਂ ਹੈਗਾ, ਇਹਦੇ ਉੱਤੇ ਆਪਾਂ ਖਾਸ ਗੱਲ ਕਰਾਂਗੇ। ਅਮਨ ਜੀ, ਕੀ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਵੀ ਇੰਡਸਟਰੀ ਦੀ ਗੱਲ ਕਰੀਏ, ਨੋਟ ਇਮੀਗ੍ਰੇਸ਼ਨ ਜਾਂ ਕੋਈ ਹੋਰ ਚੀਜ਼ ਦੇ ਉੱਤੇ, ਕੋਈ ਵੀ ਇੱਕ ਬੰਦੇ ਦੇ ਗਲਤ ਹੋਣ ਨਾਲ ਬਾਕੀ ਚੀਜ਼ਾਂ ਨੂੰ ਕਦੇ ਕੋਈ ਫਰਕ ਨਹੀਂ ਪੈਂਦਾ। ਜੇ ਮੈਂ ਗੱਲ ਕਰਾਂ ਐਵਲੋਨ ਕਾਲਜ ਦੀ, ਜੇ ਮੈਂ ਗੱਲ ਕਰਾਂ ਜਾਂ ਕੋਈ ਹੋਰ ਮੌਜੂਦਾ ਇੰਸਟੀਟਿਊਸ਼ਨ ਦੀ ਜੇ ਮੈਂ ਗੱਲ ਕਰਾਂ, ਉਹ ਸਾਰੇ ਕਾਲਜਿਸ ਉਸੇ ਤਰ੍ਹਾਂ ਚੱਲ ਰਹੇ ਨੇ ਜਿੱਦਾਂ ਅੱਜ ਤੋਂ 6 ਮਹੀਨੇ ਪਹਿਲਾਂ ਚੱਲ ਰਹੇ ਨੇ। ਮਤਲਬ ਇੰਪੈਕਟ ਸਿਰਫ ਉਹਨਾਂ ਤੇ ਹੈ ਜਿਹੜੇ ਉਹ ਲਿਸਟ ਦੇ ਵਿੱਚ ਨੇ। ਆਫ ਕੋਰਸ, ਜੇ ਅਗਰ ਉਹਨਾਂ ਨੇ ਗਵਰਨਮੈਂਟ ਨੇ ਆਪਣੇ ਨੋਟਿਸ ਦੇ ਵਿੱਚ ਅਗਰ ਬਾਕੀ ਇੰਸਟੀਟਿਊਸ਼ਨਸ ਨੂੰ ਵੀ ਵਿੱਚ ਲੈਣਾ ਹੁੰਦਾ, ਜਾਂ ਉਹਨਾਂ ਦਾ ਨਾਮ ਜਾਂ ਉਹਨਾਂ ਦੇ ਇੰਸਟੀਟਿਊਸ਼ਨਸ ਦੀ ਕੋਈ ਵੀ ਪ੍ਰੋਬਲਮ ਕਰਕੇ ਉਹਨਾਂ ਨੂੰ ਮਤਲਬ ਬਲੇਮ ਕਰਨਾ ਹੋਵੇ ਜਾਂ ਉਹਨਾਂ ਨੂੰ ਟਾਰਗੇਟ ਕਰਨਾ ਹੋਵੇ, ਤਾਂ ਡੈਫੀਨੇਟਲੀ ਉਹ ਉਹਨਾਂ ਇੰਸਟੀਟਿਊਸ਼ਨਸ ਦਾ ਵੀ ਨਾਮ ਵਿੱਚ ਲਿਖ ਕੇ ਪਾਉਂਦੇ। ਜਦ ਕਿ ਜੇ ਅਗਰ ਉਹ ਕਿਊਬੈਕ ਦੇ ਸਾਰੇ ਇੰਸਟੀਟਿਊਸ਼ਨ ਨੂੰ ਕਹਿੰਦੇ, ਫਿਰ ਕਿਸੇ ਵੀ ਇੰਸਟੀਟਿਊਸ਼ਨ ਦਾ ਨਾਮ ਨਹੀਂ ਆਉਂਦਾ। ਦੇਰ ਆਰ ਸੋ ਮੈਨੀ ਪਾਰਟਿਕੂਲਰ ਕੁਝ ਕੁ ਮੈਂਸ਼ਨ ਕੀਤੇ ਆ ਜਿਹੜੇ ਕੋਈ ਖਾਸ ਗਰੁੱਪ ਨਾਲ ਜੁੜੇ ਹੋਏ ਸੀਗੇ, ਜਿਹੜਾ ਮਾਰਕੀਟਿੰਗ ਦੇ ਰਹੇ ਸੀ। ਐਗਜ਼ੈਕਟਲੀ ਸਿਰਫ ਉਹਨਾਂ ਦੇ CAQ ਤੇ ਰੋਕ ਲੱਗੀ ਹੈ। ਆਫ ਕੋਰਸ, ਉਹਨਾਂ ਨੇ ਮੈਂਸ਼ਨ ਕੀਤਾ ਕਿ ਉਹਨਾਂ ਕਾਲਜਿਸ 'ਚ CAQ ਸਸਪੈਂਡ ਕੀਤੇ ਜਿਨ੍ਹਾਂ ਕਾਲਜਿਸ ਦੇ ਨਾਮ ਅੱਜ ਮਾਰਕੀਟ ਦੇ ਵਿੱਚ ਹੈਗੇ ਨੇ, ਚਾਹੇ ਉਹ ਗਰੁੱਪ ਨਾਲ ਰਿਲੇਟਡ ਸੀ, ਚਾਹੇ ਉਹ ਆਨਰਸ ਨਾਲ ਰਿਲੇਟਡ ਸੀਗੇ। ਬਿਹਾਈਂਡ ਦਾ ਸੀਨਸ ਕੀ ਪ੍ਰੋਬਲਮਸ ਨੇ, ਕੀ ਕੰਪਲੇਂਟਸ ਨੇ, ਉਹ ਪੂਰਾ ਕੋਰਟ ਨੋਟਿਸ ਆ ਲੋਕਾਂ ਦੇ ਕੋਲ। ਇਹ ਮਤਲਬ ਇਹ ਚੀਜ਼ਾਂ ਵਰਬਲੀ ਨਹੀਂ ਆ ਕਿ ਕਿਸੇ ਨੇ ਫੋਨ ਤੇ ਦੱਸਿਆ, ਕਿਸੇ ਨੇ ਦੱਸਿਆ, ਇਹ ਕੋਰਟ ਨੋਟਿਸ ਦੇ ਨਾਲ ਸਾਰੇ ਕਾਲਜਿਸ ਨੂੰ ਉਹਨਾਂ ਨੇ ਉਹ ਕੀਤਾ ਹੈਗਾ, ਟਾਰਗੇਟ ਕੀਤਾ। ਵਰੁਣ ਜੀ ਦਾ ਮੰਨਣਾ ਇਹ ਹੈ ਵੀ ਇਹ ਬਾਕੀ ਕਾਲਜਿਸ ਜਿਹੜੇ ਇਸ ਲਿਸਟ 'ਚ ਨਹੀਂ ਨੇ, ਐਵੀਲੋਨ ਕਾਲਜ ਤਾਂ ਇਹਨਾਂ ਦਾ ਚਲੋ ਆਪ ਇਹ ਰਿਪਰੈਜ਼ੈਂਟ ਕਰਦੇ ਨੇ, ਸਾਊਥ ਏਸ਼ੀਆ ਮੈਨੇਜਰ ਨੇ, ਬਾਕੀ ਵੀ ਕਾਲਜਿਸ 'ਤੇ ਕੋਈ ਇੰਪੈਕਟ ਨਹੀਂ ਰਹੇਗਾ। ਕੀ ਕਹਿਣਾ ਤੁਸੀਂ ਭਾਜੀ ਇਹਦੇ ਬਾਰੇ? देखिए सर, सच है, जो अगर किसी कॉलेज पे एलिगेशन है तो CAQ का इम्पैक्ट उन्हीं पे पड़ेगा, उनके स्मोक होंगे। बट माइट बी वी विल प्रे कि वेरी सुन ये सिचुएशन ठीक हो जाए, क्योंकि हमारे भी बहुत सारे बच्चे उन कॉलेजेस में पढ़ रहे हैं जिन्होंने नाम लिस्ट आ गया। जो बच्चे वहाँ गए हुए हैं, दे आर वेरी सेटिस्फाई। जो मेरे वेस्टर्न ओवरसीज की बात करूँ तो उन कॉलेजेस के में जो बच्चे पढ़ रहे हैं वो बहुत बढ़िया सेटिस्फाई हैं, और उन्होंने क्या नाम, बच्चों ने हमें क्या नाम अपनी टेस्टिमोनियल्स भी भेजी हैं। अब ये अभी जो इंटरनली जो अभी ये न्यूज़ आ रही हैं, तो अब इसके पीछे क्या सीन्स हैं वो तो बाद की बात है। ठीक है भाई, न्यूज़ आई है कि भाई डेफिनेटली CAQ उन कॉलेजेस के रुक जाएंगे, तो ठीक है जी, बट इट डज नॉट मीन कि जो दूसरे कॉलेजेस हैं, जैसे मैं एवलोन की बात करूँ और रेस्ट और भी जो कॉलेजेस हैं जिनके नाम इस टाइप की एलिगेशंस में नहीं है, डेफिनेटली वो उसी तरीके से स्मूथली चलेंगे जैसे पहले चलते थे। ਭਾਜੀ ਹੁਣ ਜਿਵੇਂ CAQ ਦੇ ਉੱਤੇ ਰੋਕ ਲੱਗ ਗਈ, ਉਹ ਕਾਲਜਿਸ ਦੇ
ਹਜ਼ਾਰਾਂ ਸਟੂਡੈਂਟ ਕਹਿ ਲਈਏ ਹੋਣਗੇ ਜਿਨ੍ਹਾਂ ਦੇ ਇਸ ਚੀਜ਼ ਨੂੰ ਹੁਣ ਫੇਸ ਕਰਨਾ ਹੈ ਜੀ। ਹੁਣ ਮੈਂ ਤੁਹਾਡੀ ਐਗਜ਼ਾਮਪਲ ਲੈਣਾ, ਤੁਹਾਡੇ ਕੋਲ ਵੀ ਚਲੋ ਮੈਂ ਕਹਾਂ 50 100 200 ਕੋਈ ਬੱਚਾ ਹੋਏਗਾ ਜਿਹੜੀ ਇਹ ਸਾਰੇ ਲਿਸਟ ਕਾਲਜਿਸ ਜਿਨ੍ਹਾਂ ਨੂੰ ਰੋਕ ਲੱਗੀ ਹੈ ਉਹਦੇ ਵਿੱਚ ਹੋਣਗੇ। ਜਦੋਂ ਤੁਸੀਂ ਉਹਨਾਂ ਨੂੰ ਦੂਸਰੇ ਕਾਲਜ 'ਚ ਪਾਓਗੇ ਐਵਲੌਨ ਹੈ, ਮੈਂ ਪਹਿਲੇ ਇਹਨਾਂ ਤੋਂ ਵੀ ਸਵਾਲ ਕਰਾਂਗੇ ਇਹਦੇ ਨਾਲ ਰਿਲੇਟਡ ਹੀ, ਕਿ ਤੁਸੀਂ ਉਹ ਬੱਚਿਆਂ ਨੂੰ ਐਡਮਿਸ਼ਨ ਦਿਓਗੇ? ਕਿ ਤੁਹਾਡੇ ਕੋਲ ਹੈ ਵੀ ਉਹ ਬੱਚੇ ਨੂੰ ਅਸੀਂ CAQ ਦੇ ਕੇ ਆਪਣੇ ਕਾਲਜ ਲੈ ਸਕਦੇ ਹਾਂ, ਜਾਂ ਬੱਚੇ ਉਹੀ ਪ੍ਰੋਬਲਮ 'ਚ ਫਸੇ ਰਹਿਣਗੇ? ਸੋ ਇੱਥੇ ਅਮਨ ਜੀ ਇੱਥੇ ਇੱਕ ਕੁਐਸਚਨ ਆਉਂਦਾ ਕਿ ਬੱਚਿਆਂ ਨੇ ABCD ਕਿਸੇ ਵੀ ਇੰਸਟੀਟਿਊਸ਼ਨ 'ਚ ਅਪਲਾਈ ਕੀਤਾ, ਉਹਨੂੰ ਕਿਊਬੈਕ ਪੜ੍ਹਨ ਲਈ ਉਹਨੂੰ CAQ ਇੱਕ ਲੈਟਰ ਰਿਕੁਆਇਰਡ ਰਹਿੰਦਾ। ਕੀ ਉਹ CAQ ਲੈਟਰ ਜਿਹੜਾ ਸੇਮ ਲੈਵਲ ਦਾ ਹੈ ਜਿਹੜਾ ਮੈਂ ਦੇ ਰਿਹਾ ਆਫਰ, ਜੋ ਪ੍ਰੋਗਰਾਮ ਅਸੀਂ ਆਫਰ ਕਰ ਰਹੇ ਨੇ, ਕੀ ਉਹ ਸੇਮ ਰਿਲੇਟਡ ਹੈ? ਮੰਨ ਲਓ ਜਿੱਦਾਂ ਕਿ ਸਾਡੇ ਕੋਲ AEC ਲੈਵਲ ਦੇ ਪ੍ਰੋਗਰਾਮਸ ਨੇ, ਸੋ ਉਹਨਾਂ AEC ਲੈਵਲ ਦੇ ਵਿੱਚ ਜੋ ਪ੍ਰੀਵੀਅਸ ਇੰਸਟੀਟਿਊਸ਼ਨ ਨੇ ਉਹਨਾਂ ਦੇ ਕੋਲ CAQ ਹੈਗਾ, ਕੀ ਉਹ AEC ਲੈਵਲ ਦਾ? ਅਗਰ ਉਹ ਸੇਮ AEC ਲੈਵਲ ਦਾ ਤਾਂ ਡੈਫੀਨਿਟਲੀ ਸੇਮ ਇਨਟੇਕ 'ਚ ਮੇਰੇ ਕੋਲ ਐਡਮਿਸ਼ਨ ਲੈ ਸਕਦੇ ਆ। ਸੋ ਮੈਜੋਰਿਟੀ ਆਫ ਟਾਈਮ ਕੀ ਹੁੰਦਾ ਹੈ ਕਿ ਆਫਰ ਲੈਟਰ ਤਾਂ ਬੇਸ਼ੱਕ 2 ਦਿਨ 'ਚ ਆ ਜਾਂਦਾ, ਸਟੂਡੈਂਟਸ ਨੂੰ ਵੇਟ ਕਰਨੇ ਪੈਂਦੀ ਹੈ CAQ। ਅਗਰ ਕਿਸੇ ਸਟੂਡੈਂਟਸ ਕੋਲ AEC ਲੈਵਲ ਦਾ CAQ ਹੈਗਾ, ਉਹ ਐਡਮਿਸ਼ਨ ਇਮੀਡੀਏਟਲੀ ਐਡਮਿਸ਼ਨ ਚਾਹੁੰਦਾ ਕਿਸੇ ਵੀ ਇੰਸਟੀਟਿਊਸ਼ਨ ਦੇ, ਤਾਂ ਐਵਲੌਨ ਉਹਨੂੰ ਇਮੀਡੀਏਟਲੀ ਉਹਨੂੰ ਐਡਮਿਸ਼ਨਸ ਪ੍ਰੋਵਾਈਡ ਕਰ ਸਕਦਾ ਹੈ। ਪਰ ਭਾਜੀ ਜਿਹੜਾ ਅਪਲਾਈ ਕਰਨਾ ਚਾਹੁੰਦਾ, ਜਿਹਨੇ ਹੁਣ ਅਪਲਾਈ ਕਰਨਾ ਸੀਗਾ, ਸਿਰਫ ਆਫਰ ਆਈ ਸੀ CAQ ਅਪਲਾਈ, ਹੁਣ ਤਾਂ ਰੋਕ ਲੱਗ ਗਈ CAQ ਹੋਣਾ ਨਹੀਂ ਉਹਨਾਂ ਜੀ, ਉਹਨਾਂ ਦਾ ਕੀ ਪ੍ਰੋਸੈਸ ਰਹੇਗਾ? ਦੁਬਾਰਾ ਤੋਂ ਆਫਰ ਅਪਲਾਈ ਹੋਏਗੀ ਉਹਨਾਂ ਦੀ? ਜੀ ਆਫ ਕੋਰਸ, ਅਗਰ ਉਹ ਜਿੱਦਾਂ ਕਿ ਉਹ ਪੁਰਾਣੇ ਇੰਸਟੀਟਿਊਸ਼ਨ ਦੇ ਵਿੱਚ ਅਗਰ ਉਹ ਪੜ੍ਹ ਰਹੇ ਸੀਗੇ ਜਾਂ ਉਹਨਾਂ ਨੇ ਅਪਲਾਈ ਹੀ ਕੀਤਾ ਸੀਗਾ, ਤਾਂ ਉਹਨਾਂ ਨੂੰ ਮੇਰੇ ਕਾਲਜ ਦੇ ਵਿੱਚ ਐਵਲੌਨ 'ਚ ਅਪਲਾਈ ਕਰਨ ਲਈ ਉਹਨਾਂ ਨੂੰ ਨਵੇਂ ਸਿਰੇ ਤੋਂ ਹੀ ਦੁਬਾਰਾ ਤੋਂ ਐਡਮਿਸ਼ਨ ਅਪਲਾਈ ਕਰਨੀ ਪਏਗੀ। ਆਫਰ ਆਏਗਾ, ਆਫਰ ਤੋਂ ਬਾਅਦ ਉਹ ਫੀਸ ਪੇਮੈਂਟ ਕਰਨਗੇ ਸਾਨੂੰ, ਫੀਸ ਪੇਮੈਂਟ ਤੋਂ ਬਾਅਦ ਅਸੀਂ ਉਹਨਾਂ ਨੂੰ ਆਫੀਸ਼ੀਅਲ ਜੋ LOA ਹੈਗੀ ਕਾਲਜ ਦੇ ਬਿਹਾਫ ਤੋਂ, ਉਹ LOA ਮਿਲੇਗੀ ਉਹਨੂੰ, ਉਸ LOA ਤੇ ਆਪਣੀ ਉਹ CAQ ਅਪਲਾਈ ਕਰ ਸਕਦੇ। ਯੈਸ ਭਾਜੀ, ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਭਾਜੀ ਨੇ ਇੱਕ ਵਰਡ ਯੂਜ਼ ਕੀਤਾ AEC, ਜਿਹਨੂੰ ਆਪਾਂ ਜੇ ਲੇਮੈਨ ਲੈਂਗੁਏਜ 'ਚ ਗੱਲ ਕਰੀਏ UG ਜਾਂ PG ਪ੍ਰੋਗਰਾਮ ਜਿਹੜੇ ਦੋਨੋਂ 'ਚ ਉਹ ਬੱਚੇ ਜਾ ਸਕਦੇ ਨੇ। ਥੋੜਾ ਜਿਹਾ ਟੈਕਨੀਕਲੀ ਬੱਚਿਆਂ ਨੂੰ ਸਮਝਾ ਦਿਓ, ਕਿਉਂਕਿ ਨਾ ਇਹ ਏਜੰਟ ਵੀ ਨਹੀਂ ਸਮਝਾਉਂਦੇ ਵੀ AEC ਕੀ है, UG प्रोग्राम की ने, PG प्रोग्राम की ने, की कहना है? देखिए अमन सर, ये स्टूडेंट बहुत बढ़िया क्वेश्चन है आपका। जो अगर मैं किसी भी प्रोविंस की बात करूँ एक्सेप्ट क्यूबिक, तो वहाँ पे लिखा होता है कि ये सर्टिफिकेट है, ये डिप्लोमा है, ये PG डिप्लोमा है, ग्रेजुएट सर्टिफिकेट है, मास्टर्स है। लेकिन जब बच्चा क्यूबिक में पढ़ने जाता है तो वहाँ पे एजुकेशन लेवल में डिवाइड है। तो जैसे DEP है, DEC है, AEC है, ये तीनों लेवल्स में UG प्रोग्राम भी है और PG प्रोग्राम भी है। डिपेंड करता है कि जो कोर्स जो कॉलेज ने बनाया है, वो स्टूडेंट्स का जो कॉलेज ने जो कोर्स बनाया है, जो उसका स्ट्रक्चर किया है, वो इस बेस पे किया है कि जो UG वाले बच्चे हैं तो UG के हिसाब से स्ट्रक्चर है, उस हिसाब से उसका एंट्री क्राइटेरिया है। और जो बच्चे बैचलर्स वाले जो बच्चे पास आउट हैं, जो PG में जा रहे हैं, तो उस हिसाब से उसका एंट्री क्राइटेरिया और उस हिसाब से उसका कोर्स स्ट्रक्चर किया है। तो दिस इज द थिंग। तो AEC UG भी हो सकता है, PG भी हो सकता है, इसी तरीके DEC और DP UG भी हो सकता है, PG भी हो सकता है। देखना होगा कि उसका एंट्री रिक्वायरमेंट क्या है और जो कोर्स स्ट्रक्चर है वो किस तरीके से, वो किस टाइप के स्टूडेंट्स के लिए बनाया हुआ, UG के लिए बनाया है या PG के लिए बनाया है। इसके लिए बच्चे को कॉलेज की वेबसाइट्स पे जाके पर्टिकुलर अंदर कॉलेज जो प्रोग्राम है उस पे क्लिक करके डिटेल में पढ़ना पड़ता है, और तब पता लगता है कि UG प्रोग्राम है या PG प्रोग्राम है। ਭਾਜੀ ਤੁਸੀਂ ਐਜ਼ ਐਨ ਐਕਸਪਰਟ ਕੀ ਗਾਈਡ ਕਰਨਾ ਚਾਹੁੰਦੇ, ਕਿਉਂਕਿ ਜ਼ਿਆਦਾਤਰ ਬੱਚਿਆਂ ਨੂੰ ਇਹ ਦੱਸਿਆ ਜਾ ਰਿਹਾ ਵੀ ਬੜੀ ਜਲਦੀ ਇਹ ਸੌਰਟ ਆਊਟ ਹੋ ਜਾਣਾ ਜੀ, ਕੋਈ ਐਡੀ ਵੱਡੀ ਗੱਲ ਨਹੀਂ ਹੈ, ਤੁਸੀਂ ਇਹੀ ਕਾਲਜ ਵਿੱਚ ਹਾਲੇ ਰੱਖੋ, ਆਪਣੀ ਆਫਰ ਜਿਹੜੀ ਹੈ ਇੱਥੇ ਹੀ ਰੱਖੋ, CAQ ਕਿਸੇ ਹੋਰ ਕਾਲਜ ਵਿੱਚ ਮੂਵ ਔਨ ਨਹੀਂ ਕਰਨਾ ਚਾਹੀਦਾ, ਤੁਹਾਨੂੰ ਚੇਂਜ ਨਹੀਂ ਕਰਨਾ ਚਾਹੀਦਾ। ਐਜ਼ ਐਨ ਐਕਸਪਰਟ, ਐਜ਼ ਐਨ ਪੈਰੈਂਟਸ, ਜੇ ਪ੍ਰਦੀਪ ਜੀ ਦਾ ਬੇਟਾ ਜਾਂ बेटी इस सिचुएशन सर्कमस्टांसिस ਦੇ ਵਿੱਚ ਫਸਦਾ, ਕੀ डिसीजन होना चाहिए? देखिए, जिन बच्चों की फाइलें एम्बेसी में लगी हुई हैं तो वो तो तीर छूट चुका है जी, तो दे शुड वेट, उनको वेट करना चाहिए, उनका वीज़ा आने के पूरे चांसेस है, क्योंकि CAQ उन्होंने रोके हैं, बट जो CAQ ऑलरेडी है उसकी सस्पेंशन पे अभी कोई मेल नहीं है। बट भाजी एक चीज़ है, CAQ रोक देते और नए CAQ इशू करने के लिए रोक ला देती, वो ठीक है। ਜਦੋਂ ਅਖਬਾਰਾਂ ਦੇ ਵਿੱਚ, ਨਿਊਜ਼ਪੇਪਰ, ਮੀਡੀਆ ਦੇ ਵਿੱਚ ਖਬਰ ਆ ਗਈ, ਅਰੈਸਟ ਵੀ ਹੋਏ ਉਹ ਗਰੁੱਪ ਦੇ ਜਿਹੜੇ ਕੁਝ ਮੈਂਬਰਸ ਨੇ, ਉਸ ਤੋਂ ਇਲਾਵਾ ਜਿਹੜੀ ਖਬਰਾਂ ਸੀਗੀਆਂ ਉਹ ਕੀ ਇੰਪੈਕਟ ਨਹੀਂ ਪਾਉਣਗੀਆਂ ਸਕਸੈਸ ਤੇ? ਕੀ ਗਵਰਨਮੈਂਟ ਤੱਕ ਖਬਰ ਨਹੀਂ ਜਾਏਗੀ? ਕਿ ਉਹਨਾਂ ਦੇ ਸਕਸੈਸ ਤੇ ਫਰਕ नहीं आएगा? डेफिनेटली पॉसिबल है जी, डेफिनेटली पॉसिबल है। अब वेट एंड वॉच है, क्योंकि ये तो इसमें तो सिर्फ एक वेस्टर्न ओवरसीज के नहीं, पूरे इंडिया के बच्चे उसमें डले हुए हैं। दैट्स व्हाई भाई मैं वो ग्रुप बड़ा एग्रेसिव है,
काम कर रहा था, अच्छा काम कर रहा था, बड़े एग्रेसिवली वो काम कर रहे थे। और अब भी बोलना थोड़ा सा जल्दबाजी होगा मेरे लिए, क्योंकि ये तो हाई कमीशन के हाथ में। हमें मेल आई है यस कि भाई जो आपके बच्चे एम्बेसी में है, एक्सपीरियंस की कहता थोड़ा पैसा का फर्क, एक्सपीरियंस तो हो सकता है, पूरा फर्क पड़ सकता है। अब बात आती है कि जिनके जो मेल आई है फ्रॉम द कॉलेज साइड कि भाई जिनकी आपकी जो फाइल लगी हुई है एम्बेसी में, गो एड, और इसके बाद जो आपने फीस पे कर रखी है चाहे तो आप उनको अप्लाई करिए या फिर उनके रिफंड अप्लाई, जिन्हें सीओ की वेटिंग पे, जिनके सीए की वेटिंग में और जिनकी फीस पे हो चुकी है। वो अच्छा उनकी वो उनके email लिए है। फीस वापस आनी है, वो पॉलिसी वही होएगी जो पहले उन्होंने बनाई है भी इतनी काट के वापस देंगे, और इन दिस सर्कमस्टांसेस वो सारी फीस वापस करेंगे। वेट एंड वॉच, हाले कुछ क्लियर नहीं है। वेट एंड वॉच, अभी मैं कुछ नहीं कर पाऊंगा, बहुत जल्दबाजी होगी। ਬਟ ਹੁਣ ਸਾਡੇ ਨਾਲ ਉਹ ਕਾਲਜ ਨੇ ਜਿਹੜੇ ਇਹ ਲਿਸਟ ਵਿੱਚ ਨਹੀਂ ਨੇ, ਜਿਹੜੇ ਪਾਕ ਸਾਫ ਵਿੱਚੋਂ ਜਿਹੜੇ ਕਹੀਏ ਸਾਫ ਨੇ, ਉਹਨਾਂ ਬਾਰੇ ਜੇ ਕੋਈ ਬੱਚਾ ਐਡਮਿਸ਼ਨ ਲਾਉਣਾ ਚਾਹੁੰਦਾ, ਪ੍ਰਦੀਪ ਜੀ ਕੀ प्रोफाइल ਇਹਨਾਂ ਦੀ डिमांड है, कितना ਦੇ कोर्सेज हाँ, हम एवलॉन की बात कर लें जो बहुत जरूरी है, जो हमारा होना भी चाहिए, क्योंकि बहुत लिमिटेड टाइम है नहीं हमारे भाजी पास। जरूरी हो भी सीगा जी। देखिए जी, एवलॉन कॉलेज है जी, मिस्टर वरुण सोता साउथ एशिया मैनेजर, काफ़ी कॉलेजों में काम कर चुके हैं, बहुत अच्छा एक्सपीरियंस है, और हमारा एक तरह से बहुत क्लोजली हमारे साथ काम कर रहे हैं। ऑफर लेटर 2 दिन में आपके मिल जाएंगे। क्यूबिक में है जी, इनका मॉन्ट्रियल कैंपस है, और जिसमें आपको जो अगर आप 12th पास हैं या ग्रेजुएट हैं तो इनके पास AEC लेवल के प्रोग्राम्स हैं, अकाउंटिंग एंड फाइनेंशियल मैनेजमेंट टेक्नोलॉजी। अगर जो बच्चे UG प्रोग्राम के लिए जा रहे हैं 6 बैंड नो लेस देन 5.5, और जो बच्चे PG में जा रहे हैं, एक तो 6 ईच पे भी PG में एडमिशन हो सकता है, या जो बच्चे 6.5 बैंड किसी एक मॉड्यूल में 5.5 बैंड अगर बच्चों का है, डेफिनेटली दे कैन आल्सो अप्लाई, और उनका PG प्रोग्राम में एडमिशन हो जाएगा। 2 ईयर का प्रोग्राम है जी, 4 सेमेस्टर्स हैं। और PT पे अगर आप जा रहे हैं तो PT UG के लिए इनको 54 नो लेस देन 50 चाहिए, और PG के लिए 58 नो लेस देन 50 चाहिए। दूसरा प्रोग्राम इनका बहुत पॉपुलर है जी, इंटरनेशनल बिजनेस मैनेजमेंट, अगेन AEC लेवल, AEC का मतलब UG भी है और PG भी है। सेम रिक्वायरमेंट है जी, UG के लिए 6 बैंड नो लेस देन 5.5, और PG के लिए 6.5 बैंड नो लेस देन 5.5 बैंड, या फिर 6 ईच। अगर PT पे आता है बच्चा UG पे तो 54 नो लेस देन 50, और PG पे 58 नो लेस देन 50। नेक्स्ट जो इनका जो थर्ड प्रोग्राम है वो एग्जीक्यूटिव असिस्टेंट है, AEC UG और PG, ये 3 सेमेस्टर्स का है जी। 13,900 टोटल फीस है, जिसमें से 2,000 की ये लोग स्पॉन्सर आज की डेट में स्कॉलरशिप दे रहे हैं, तो $2,000 अप्रोक्स 1 लाख रुपए की स्कॉलरशिप यहाँ है। तो अप्रोक्स 11,000 सारे ਨੂੰ मिलेगी वरुण जी, या कुछ ਜਿਹੜੇ क्राइटेरिया? थोड़ा सा मैं डिटेल में बता दूं, जो हमारे पास जो तीनों प्रोग्राम्स है, तीनों प्रोग्राम्स की फीस जो है वो तीनों प्रोग्राम की सेम फीस है, $13,900 एक साल। अगर मैं इसको 2 ईयर में कन्वर्ट करता हूँ, अगर 2 साल के प्रोग्राम की, तो वो $23,900 है। अगर कोई स्टूडेंट्स मार्च 21 के लिए अप्लाई करता है या फिर मई 21 के लिए अप्लाई करता है, उन स्टूडेंट्स को हम लोग फ्लैट $2,000 की स्कॉलरशिप ऑफर कर रहे हैं। ਜਿਹੜੇ 2 साल ਦੇ कर एग्जैक्टली वो 2 साल के लिए भी कर रहा है, चाहे वो 15 मंथ वाले प्रोग्राम के लिए कर रहा है, उसको $2,000 की फ्लैट स्कॉलरशिप मिलेगी। यानी कि $13,900 की फीस में से $2,000 काट के अगर मैं बात करूं तो $11,900 एक साल की फीस रह जाएगी स्टूडेंट की। तो वो नेक्स्ट ईयर 10,000 ही पे करेगा। वहां ऐसा नहीं कि वहां पे जाकर स्टूडेंट्स की फीस बढ़ा दी जाएगी, तो वो सेम फीस रहेगी जो इंडिया से उसकी $11,900 जो इंडिया से वो पे करेगा 1 ईयर के लिए, एंड सेकंड ईयर वो $10,000 पे करेगा। सेकंड अमन सर मैं बताना चाहूंगा, इनटेक बड़े मल्टीपल है इनके पास। जनवरी इनटेक है, फिर मार्च इनटेक है, फिर मई है, जुलाई है, सितंबर है, नवंबर है, एंड सेकंडली आप ही कवर कर ले। जी जी डेफिनेटली, अब मैं भी एंकर हो गया। एंड सेकंडली अगर आप वरुण सर से मिलना चाहते हैं तो हमारा सैटरडे को एक ऑनलाइन वर्चुअल फेयर हो रहा है जी, जिसमें कनाडा, ऑस्ट्रेलिया, न्यूजीलैंड, यूके, यूरोप के डेलीगेट्स आ रहे हैं। तो वरुण सर वहाँ पे होंगे, एवलॉन कॉलेज को रिप्रेजेंट करते हैं। आप अपने एकेडमिक डॉक्यूमेंट लेके, क्या नाम है, वर्चुअल मीन्स लाइक ऑनलाइन मीन, आप अपने घर बैठे अपने शहर में बैठे सर से जुड़ सकते हैं, और अपनी जितनी भी क्वेरीज है क्यूबिक को लेके, इनके कॉलेज को लेके, फर्दर आपको जो भी असिस्टेंस चाहिए तो वरुण सर अवेलेबल होंगे सैटरडे के दिन, अपकमिंग सैटरडे, जिसमें वर्चुअल फेयर है जी, हर एक कंट्रीज के स्टूडेंट को इनवाइट कर रहे हैं। ਪੁੱਛ ਲੈਣਾ ਚਾਹੁੰਦਾ, ਵਰਚੁਅਲੀ ਤੇ ਤੁਸੀਂ ਹੋਵੋਗੇ ਉਹਦੇ ਚ, ਬਟ ਕਿਹੜੀ ਪ੍ਰੋਫਾਈਲ ਨੂੰ ਵੈਲਕਮ ਕਰਨਾ ਚਾਹੁੰਦੇ ਹੋ, ਕਿਦਾਂ ਦੇ ਸਟੂਡੈਂਟਸ ਨੂੰ ਵਿਦ ਆਇਲ ਸਕੋਰ ਐਂਡ ਪਰਸੈਂਟੇਜ, ਪਾਸਿੰਗ ਈਅਰਸ, ਸਾਰਾ ਕੁਝ ਜੇ ਕਰੀਏ ਕਿਹਨੂੰ ਵੈਲਕਮ ਕਰਦਾ ਹੈ ਬਲੋਨ? ਸੋ ਇੱਥੇ ਅਸੀਂ ਗੱਲ ਕਰਦੇ ਹਾਂ ਅੰਡਰ ਗ੍ਰੈਜੂਏਟ ਔਰ ਗ੍ਰੈਜੂਏਟ ਦੋਨੋਂ ਸਟੂਡੈਂਟਸ की ਜਿਹੜੀ ਦੋਨੋਂ ਸਟੂਡੈਂਟਸ ਦੀ ਜਿਹੜੀ ਪਰਸੈਂਟੇਜ ਰਿਕੁਆਇਰਮੈਂਟ ਹੈ ਅਕੈਡਮਿਕਲੀ, ਉਹ ਰੀਸੈਂਟਲੀ ਅਸੀਂ 50% ਦੇ ਹਿਸਾਬ ਨਾਲ ਦੇਖ ਰਹੇ ਹਾਂ ਮਿਨੀਮਮ ਓਵਰਆਲ। ਯੈਸ ਓਵਰਆਲ 50% ਦੇ ਹਿਸਾਬ ਨਾਲ ਦੇਖ ਰਹੇ ਹਾਂ। और जेड़ा गैप है अंडर ग्रेजुएटली नॉट शुड बी मोर देन 2 ईयर, फॉर द ग्रेजुएट इज नॉट शुड बी मोर देन 5 ईयर।
ਅਗਰ ਕੁਝ ਸਟੂਡੈਂਟਸ ਦੇ ਕੋਲ ਗ੍ਰੈਜੂਏਸ਼ਨ ਤੋਂ ਬਾਅਦ ਐਕਸਪੀਰੀਅੰਸ ਹੁੰਦਾ ਹੈ, ਜੈਨੂਇਨ ਐਕਸਪੀਰੀਅੰਸ ਦੇ ਨਾਲ ਅਗਰ ਉਹ ਸਾਨੂੰ ਡਾਕੂਮੈਂਟੇਸ਼ਨਸ ਆਪਣੀ ਪ੍ਰੋਵਾਈਡ ਕਰਦੇ ਆ ਤਾਂ ਡੈਫੀਨਿਟਲੀ ਉਹ ਵੀ ਆਪਣੀ ਐਲੀਜੀਬਿਲਟੀ ਦੇ ਨਾਲ ਆਪਣਾ ਪ੍ਰੋਗਰਾਮ ਲੈ ਸਕਦੇ ਹੈ ਜੀ। ਇਹਦੇ ਚ ਓਵਰਆਲ 6 ਈਚ 6 ਇੱਕ ਚੋਂ 5.5 ਜਾਂ ਦੋ ਚੋਂ 5.5 ਸਰ ਅਮਨ ਜੀ ਇੱਥੇ ਇੱਕ ਚੀਜ਼ ਬੜੀ ਕਨਫਿਊਜ਼ਨ ਜੀ ਰਹਿੰਦੀ ਸਟੂਡੈਂਟਸ ਨੂੰ ਕਿ ਕਾਲਜ ਕਿਸ ਤਰ੍ਹਾਂ ਦੀ ਬੈਂਡ ਰਿਕੁਆਇਰਮੈਂਟ ਰੱਖ ਰਿਹਾ। ਬੈਂਡ ਰਿਕੁਆਇਰਮੈਂਟ ਜਿਹੜੀ ਰਹਿੰਦੀ ਉਹ ਹਾਈ ਕਮਿਸ਼ਨ ਦੇ ਲੈਵਲ ਤੇ ਅਗਰ ਕੋਈ ਐਸਡੀਐਸ ਸਟੂਡੈਂਟਸ ਪੜਨ ਜਾ ਰਿਹਾ ਤਾਂ ਉਹਨੂੰ 6 ਈਚ ਰਿਕੁਆਇਰਡ ਰਹਿਣਗੇ। ਅਗਰ ਉਹ ਨੋਨ ਐਸਡੀਐਸ ਪੜਨ ਜਾ ਰਿਹਾ ਤਾਂ ਉਸ ਕੇਸ ਤੇ ਕਾਲਜ ਇੱਕੋ ਹੀ ਮੋਡਿਊਲ ਦੇ ਵਿੱਚ 5.5 ਲੈ ਰਿਹਾ, ਬਾਕੀ 2 ਮੋਡਿਊਲ ਜਾਂ 3 ਮੋਡਿਊਲ ਦੇ ਉੱਤੇ 5.5 ਅਸੀਂ ਨਹੀਂ ਲੈ ਰਹੇ। ਕੁਝ ਕਿਊਬੈਕ ਦੇ ਕਾਲਜਸ ਉਹਦੇ ਨਾਲ ਵੀ ਬੱਚੇ ਲਈ ਜਾ ਰਹੇ ਨੇ, ਕੀ ਫਰਕ ਰਹਿੰਦਾ ਉਹਦੇ ਚ? ਲਾਈਕ ਕਿਦਾਂ? ਦੋ ਚ 5.5 ਨੇ, ਓਵਰਆਲ 6 ਹੈ। ਕਿਊਬੈਕ ਦੇ ਕਈ ਕਾਲਜ ਨੇ। ਸੋ ਅਸੀਂ ਵੀ ਸਾਡੇ ਕੋਲ ਵੀ ਇੱਕ ਰਿਕੁਆਇਰਮੈਂਟ ਹੈਗੀ ਹੈ ਕਿ ਅਗਰ 60% ਓਵਰਆਲ ਅਸੀਂ 2 ਚ 5.5 ਤੇ ਐਡਮਿਸ਼ਨ ਦਿੰਨੇ ਆ, ਅਗਰ ਪਰਸੈਂਟੇਜ ਵੱਧ ਜਾਂਦੀ ਹੈ ਓਵਰਆਲ। ਆਫ ਕੋਰਸ ਉੱਥੇ ਅਸੀਂ ਪਰਸੈਂਟੇਜ ਨਾਲ ਕੰਪਰੋਮਾਈਜ਼ ਨਹੀਂ ਕਰਾਂਗੇ, 50 ਤੋਂ ਬਾਅਦ ਉਹ 60 ਹੋ ਜਾਂਦੀ ਹੈਗੀ। ਬਾਕੀ ਅਸੀਂ ਇੱਥੇ ਇੱਕ ਹੋਰ ਚੀਜ਼ ਮੈਂ ਐਡ ਆਨ ਕਰਨਾ ਚਾਹੁੰਦਾ, ਬੜੇ ਸਾਰੇ ਸਟੂਡੈਂਟਸ ਦਾ ਕੁਐਸਚਨ ਹੁੰਦਾ ਕਿ ਉਹਨੂੰ ਟਰੈਵਲ ਸਪੋਰਟ ਲੈਟਰ ਮਿਲੇਗਾ ਵੀਜ਼ਾ ਲੱਗਣ ਤੋਂ ਬਾਅਦ ਕਾਲਜ ਦੇ ਵੱਲੋਂ ਕੀ ਕਾਲਜ ਡੀਐਲਆਈ ਲਿਸਟ ਦੇ ਅੰਡਰ ਹੈਗਾ? ਯੈਸ, ਐਵਲਨ ਕਾਲਜ ਡੀਐਲਆਈ ਅਪਰੂਵਡ ਇੰਸਟੀਟਿਊਸ਼ਨ ਹੈ, ਉਹ ਡੀਐਲਆਈ ਲਿਸਟਡ ਅੰਦਰ ਹੈ ਔਰ ਹਰ ਇੱਕ ਸਟੂਡੈਂਟਸ ਨੂੰ ਵੀਜ਼ਾ ਲੱਗਣ ਤੋਂ ਬਾਅਦ ਉਹਨੂੰ ਕਾਲਜ ਦੇ ਵੱਲੋਂ ਇੱਕ ਟਰੈਵਲ ਸਪੋਰਟ ਲੈਟਰ ਮਿਲੇਗਾ ਜਿਹਦੇ ਉੱਤੇ ਉਹ ਫਲਾਈ ਕਰ ਸਕਦਾ। ਐਂਡ ਕੁਆਰੰਟਾਈਨ ਫੈਸਿਲਿਟੀਜ਼ ਜਿਹੜੀ ਮੈਂਡੇਟਰੀ ਅੱਜ ਦੀ ਡੇਟ 'ਚ ਕੈਨੇਡਾ ਲੈਂਡ ਕਰਨ ਲਈ ਤੁਹਾਨੂੰ ਕਾਲਜ ਤੁਹਾਨੂੰ ਪੂਰੀ ਤਰ੍ਹਾਂ ਨਾਲ ਉਸ ਚੀਜ਼ ਲਈ ਵੀ ਹੈਲਪ ਆਊਟ ਕਰੇਗਾ। 14 ਡੇਜ਼ ਲਈ ਕੁਆਰੰਟਾਈਨ ਫੈਸਿਲਿਟੀ ਪਲੱਸ ਤੁਹਾਡੇ ਫੂਡ ਰੈਡੀਨੈਸ ਲਿਸਟ ਦੇ ਅੰਦਰ ਜੋ ਚਾਹੀਦਾ ਸਭ ਕੁਝ ਤੁਹਾਨੂੰ ਕਾਲਜ ਵੱਲੋਂ ਹੈਲਪ ਆਊਟ ਮਿਲੇਗੀ ਉਹਦੇ ਲਈ। ਬਿਲਕੁਲ ਜੀ। ਐਵਲਨ ਕਾਲਜ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ, ਅੱਜ ਤਾਂ ਸਾਡੇ ਸ਼ੋਅ ਦੇ ਵਿੱਚ ਨੇ ਖਾਸ ਕਰ ਸੱਦੇ ਤੇ ਆਏ ਆ ਜਿਨ੍ਹਾਂ ਨੇ ਕਿਊਬੈਕ ਨੂੰ ਲੈ ਕੇ ਕਾਫੀ ਗੱਲਾਂ ਕਲੀਅਰ ਕੀਤੀਆਂ। ਸੈਟਰਡੇ ਵਰਚੁਅਲ ਫੇਅਰ ਹੈ ਜੀ, ਉਹਦੇ ਵਿੱਚ ਜੁਆਇਨ ਕਿਵੇਂ ਕਰਨਾ ਹੈ, ਕਿਵੇਂ ਉਹਦਾ ਹਿੱਸਾ ਬਣਨਾ, ਉਹ ਥੋੜਾ ਜਿਹਾ ਭਾਜੀ ਤੁਸੀਂ ਦੱਸ ਦਿਓ। जी डेफिनेटली देखिए जी, ऑनलाइन एडमिशन डे है जी, जिसमें कनाडा, ऑस्ट्रेलिया, न्यूजीलैंड, यूके, यूरोप हर एक कंट्रीज़ के डेलीगेट से मेरे से प्लस मेरी टीम से आप मिल सकते हैं। उसके लिए आप मेरी वेबसाइट्स पे जा सकते हैं western-overseas.com, उस पर जाके आप अपने को रजिस्टर कर सकते हैं। मेरी टीम आपको मैसेज करेगी या फिर आप ये जो टीवी शो चल रहा है इसमें स्क्रॉल पे लिंक दिया हुआ है, यहाँ से भी आप लिंक उठा सकते हैं। इसके अलावा आप मेरे फेसबुक पेज या यूट्यूब चैनल से भी ले सकते हैं, या 9115-017-017 ये मैजिक नंबर है जी, इस पर कॉल करके भी आप अपना क्या नाम है अपनी सीट रजिस्टर करा सकते हो। मैजिक नंबर तो की भाव है भाजी? मैजिक का ये है जी कि बच्चे जो हमारे पास आते हैं बड़ी एक्सपेक्टेशन के साथ आते हैं और हम बहुत ईमानदारी से और बहुत अच्छे तरीके से 17 साल का एक्सपीरियंस है जी, ठीक है, हमें पता होता है किस बच्चे का वीज़ा लिया जा सकता है, किस तरीके से लिया जा सकता है। हर एक प्रोफाइल में कुछ ना कुछ पॉजिटिव होता है। तो ऐसे ऐसे बच्चे जो होप छोड़ चुके थे डिफरेंट पार्ट से इंडिया के, वो बच्चे हमसे वीज़ा लेके जा चुके हैं। तो डेफिनेटली अब स्टूडेंट ही बोलते हैं जी, इस पर फ़ोन किया था तो मैजिक नंबर है मेरे लिए। तो जी बिल्कुल। लास्ट सवाल, जर्मन ਨੂੰ ਲੈ ਕੇ ਵੀ ਕਾਲ ਸੀਗੀ जी, यूरोप भी प्रमोट किया जाता? डेफिनेटली सर, वेस्टर्न ओवरसीज हर एक कंट्रीज़ को डील करता है। जर्मनी हमारा बहुत बड़ा प्रोडक्ट है जी। अगर आप जर्मनी जाना चाहते हैं तो आप पीजी प्रोग्राम के लिए या यूजी प्रोग्राम के लिए तो जो दिए हुए नंबर इस पर कॉल कर सकते हैं। अपॉइंटमेंट ऑलरेडी स्टार्ट हो चुकी हैं, बैचलर्स में भी और मास्टर्स में भी, लेकिन बैचलर्स में उन बच्चों को अपॉइंटमेंट मिल रही है जिनके 90% एंड अबव मार्क्स है। इवन हमने कुछ स्टूडेंट्स जिनके 82-83% मार्क्स हैं उनकी भी अपॉइंटमेंट मिली है। सक्सेस रेट बहुत अच्छा है जी, विदाउट आइल्स भी जा सकते हैं और विद आइल्स और विद पीटी भी जा सकते हैं। ਸੋ ਬਿਲਕੁਲ ਜੀ। ਮੈਂ ਥੋੜਾ ਜਿਹਾ ਜਾਂਦੇ ਜਾਂਦੇ ਭਾਜੀ ਤੁਹਾਨੂੰ ਵੀ ਪੁੱਛ ਲੈਣਾ ਚਾਹੁੰਦਾ ਹਾਂ ਅਰੁਣ ਜੀ, ਇਨਟੇਕਸ ਕਿਹੜੇ ਨੇ ਇੱਕ ਵਾਰੀ ਤੁਸੀਂ ਵੀ ਅਨਾਉਂਸ ਕਰ ਦਿਓ। ਮਲਟੀਪਲ ਇਨਟੇਕਸ ਹੈਗੇ ਸਾਡੇ ਕੋਲ, ਜਿੱਦਾਂ ਕਿ ਕਾਲਜਸ ਕੋ ਮੇਜਰ ਜਿਹੜੇ ਇਨਟੇਕਸ ਹੁੰਦੇ ਜਨਵਰੀ, ਮਈ ਐਂਡ ਸਤੰਬਰ। ਅਸੀਂ ਹਰ ਸੈਕਿੰਡ ਮੰਥ ਦੇ ਉੱਤੇ ਇਨਟੇਕ ਸਾਡੇ ਕੋਲ ਅਵੇਲੇਬਲ ਰਹਿੰਦਾ। ਉਹਦੇ 'ਚ ਇੱਕ ਬਹੁਤ ਬੈਨੀਫਿਟ ਚੀਜ਼ ਹੁੰਦੀ ਹੈ ਕਿ ਕੁਝ ਸਟੂਡੈਂਟਸ ਆਪਣੀ ਔਨ ਦੀ ਸਪੋਰਟ ਕਈ ਵਾਰ ਆਪਣੀ ਫੀਸ ਅਰੇਂਜ ਨਹੀਂ ਕਰ ਪਾਉਂਦੇ, ਉਹਨਾਂ ਨੂੰ ਡੈਫਰਮੈਂਟ 4 ਮਹੀਨੇ ਲਈ ਨਹੀਂ 2 ਮਹੀਨੇ ਲਈ ਮਿਲੇਗਾ, ਯਾਨੀ ਕਿ ਹਰ ਦੂਸਰੇ ਮਹੀਨੇ ਤੋਂ ਬਾਅਦ ਆਪਣੇ ਕੋਲ ਇਨਟੇਕ ਹੈ, ਜਿੱਦਾਂ ਕਿ ਜਨਵਰੀ, ਮਾਰਚ, ਮਈ ਐਂਡ ਜੁਲਾਈ, ਸਤੰਬਰ ਐਂਡ ਨਵੰਬਰ ਜੀ, ਈਅਰਲੀ 6 ਇਨਟੇਕ। ਸੋ ਕੋਈ ਜਾਣਕਾਰੀ ਚਾਹੁੰਦੇ ਹੋ ਜੀ ਕਿਊਬੈਕ ਬਾਰੇ, ਤੁਸੀਂ ਵੈਸਟਰਨ ਓਵਰਸੀਜ਼ ਤੱਕ ਵੀ ਰਾਬਤਾ ਕਾਇਮ ਕਰਕੇ ਕਿਊਬੈਕ ਦਾ ਪ੍ਰੈਜ਼ੈਂਟ ਸਿਨੈਰੀਓ ਜਾਣ ਸਕਦੇ ਹੋ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਵਰੁਣ ਜੀ, ਪ੍ਰਦੀਪ ਜੀ, ਸ਼ੋਅ 'ਚ ਆਉਣ ਲਈ ਬਹੁਤ ਬਹੁਤ थैंक यू। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।